ਹੋਵੇਗਾ ਸੰਸਦ ਦਾ ਵਿਸ਼ੇਸ਼ ਇਜਲਾਸ। ਪਹਿਲੇ ਦਿਨ 75 ਸਾਲ ਦੇ ਸਫ਼ਰ ਤੇ ਹੋਵੇਗੀ ਚਰਚਾ। ਕੱਲ ਤੋਂ ਨਵੇਂ ਸੰਸਦ ਭਵਨ ਤੋਂ ਚੱਲੇਗਾ ਸੈਸ਼ਨ ਤੋਂ ਪਹਿਲਾਂ ਵਿਰੋਧੀਆਂ ਨੇ ਕੀਤੀ ਮਹਿਲਾ ਰਿਜ਼ਰਵੇਸ਼ਨ ਬਿੱਲ ਲਿਆਉਣ ਦੀ ਮੰਗ। ਸੂਤਰਾਂ ਮੁਤਾਬਿਕ ਕਈ ਹੈਰਾਨ ਕਰਨ ਵਾਲੇ ਬਿੱਲ ਲਿਆਉਣ ਦੀ ਤਿਆਰੀ 'ਚ ਸਰਕਾਰ। ਯੂਨੀਫਾਰਮ ਸਿਵਲ ਕੋਡ ਨੂੰ ਲੈ ਕੇ ਵੀ ਕਿਆਸ। ਆਲ ਇੰਡੀਆ ਮੀਟਿੰਗ 'ਚ ਆਮ ਆਦਮੀ ਪਾਰਟੀ ਨੇ ਚੁੱਕਿਆ ਆਰਡੀਐਫ ਦਾ ਮੁੱਦਾ। ਪੰਜਾਬ ਲਈ ਮੰਗਿਆ ਸਪੈਸ਼ਲ ਪੈਕੇਜ, ਪਰ ਕੇਂਦਰ ਨੇ ਨਹੀਂ ਖੋਲੇ ਪੱਤੇ। ਐਨਆਈਏ ਨੇ ਲੁਧਿਆਣਾ ਦੀ ਖੇਤੀਬਾੜੀ ਯੂਨੀਵਰਸਿਟੀ 'ਚ ਕੀਤੀ ਛਾਪੇਮਾਰੀ। ਦਹਿਸ਼ਤਗਰਦਾਂ ਦੇ ਸੰਪਰਕ 'ਚ ਹੋਣ ਦੇ ਚਲਦੇ ਇੱਕ ਸਟੂਡੈਂਟ ਤੋਂ ਕਈ ਘੰਟੇ ਕੀਤੀ ਪੁੱਛਗਿੱਛ। ਅੱਤਵਾਦੀ ਗਤੀਵਿਧੀਆਂ 'ਚ ਸ਼ਾਮਲ ਅਲੀਗੜ੍ਹ ਦੇ ਵਿਦਿਆਰਥੀ ਤੇ ਗੈਜਟ ਤੋਂ ਮਿਲੀ ਸੀਗੀ ਡਿਟੇਲ। ਪੰਜਾਬੀ ਯੂਨੀਵਰਸਿਟੀ ਪ੍ਰਸ਼ਾਸਨ ਅਤੇ ਸਟੂਡੈਂਟਸ ਵਿਚਾਲੇ ਰੇੜਕਾ ਬਰਕਰਾਰ। ਅੱਜ ਫਿਰ ਪ੍ਰਦਰਸ਼ਨ ਕਰਨਗੇ ਵਿਦਿਆਰਥੀ। ਕੁੜੀ ਦੀ ਮੌਤ ਤੋਂ ਬਾਅਦ ਲਗਾਤਾਰ ਜਾਰੀ ਹੈ ਵਿਵਾਦ। ਕਿਰਤੀ ਕਿਸਾਨ ਯੂਨੀਅਨ ਅੱਜ ਅਟਾਰੀ ਵਾਗਾ ਬਾਰਡਰ ਨੇੜੇ ਕਰੇਗੀ ਪ੍ਰਦਰਸ਼ਨ। ਭਾਰਤ ਅਤੇ ਪਾਕਿਸਤਾਨ ਵਿਚਾਲੇ ਮੁੜ ਵਪਾਰ ਸ਼ੁਰੂ ਕਰਨ ਦੀ ਮੰਗ। 20 ਸਤੰਬਰ ਨੂੰ ਹੁਸੈਨੀਵਾਲਾ ਬਾਰਡਰ ਤੇ ਵੀ ਮੁਜ਼ਾਹਰੇ ਦਾ ਐਲਾਨ। ਪੰਜਾਬੀ ਫਿਲਮ ਬੂਹੇ ਬਾਰੀਆਂ ਨੂੰ ਲੈ ਕੇ ਵਿਵਾਦ। ਵਾਲਮੀਕੀ ਭਾਈਚਾਰੇ ਨੇ ਜਤਾਇਆ ਇਤਰਾਜ਼। ਬੋਲੇ ਮੂਵੀ 'ਚ ਦਲਿਤ ਭਾਈਚਾਰੇ ਨੂੰ ਗਲਤ ਤਰੀਕੇ ਨਾਲ ਕੀਤਾ ਗਿਆ ਪੇਸ਼। ਜ਼ੀਰਕਪੁਰ ਸੜਕ ਤੇ 2 ਘੰਟੇ ਤੱਕ ਹੋਇਆ ਹਾਈ ਵੋਲਟੇਜ ਡਰਾਮਾ। ਨਸ਼ੇ ਦੀ ਹਾਲਤ 'ਚ ਮੁੰਡਾ ਕੁੜੀ ਨੇ ਕੀਤਾ ਹੰਗਾਮਾ। ਪੁਲਿਸ ਤੇ ਲਗਾਏ ਇਲਜ਼ਾਮ। ਨਸ਼ਾ ਉਤਰਨ ਤੇ ਮੰਗੀ ਮੁਆਫੀ। ਚੰਡੀਗੜ੍ਹ ਇੰਡਸਟਰੀਅਲ ਏਰੀਆ 'ਚ ਫੇਜ਼ 1 ਦੇ ਕਾਰ ਸ਼ੋਰੂਮ 'ਚ ਲੱਗੀ ਭਿਆਨਕ ਅੱਗ। 7 ਤੋਂ 8 ਗੱਡੀਆਂ ਹੋਈਆਂ ਰਾਖ। ਸ਼ਾਰਟ ਸਰਕਟ ਹੋਣ ਕਾਰਨ ਵਾਪਰੀ ਘਟਨਾ। ਏਸ਼ੀਆ ਦੀ ਚੈਂਪੀਅਨ ਟੀਮ ਬਣੀ ਟੀਮ ਇੰਡੀਆ। ਸ਼੍ਰੀਲੰਕਾ ਨੂੰ 10 ਵਿਕਟਾਂ ਨਾਲ ਹਰਾ ਕੇ ਦਰਜ ਕੀਤੀ ਇਤਿਹਾਸਿਕ ਜਿੱਤ। ਫੈਨਸ ਨੇ ਮਨਾਇਆ ਜਸ਼ਨ। ਪੀਐਮ ਮੋਦੀ ਅਤੇ ਸੀਐਮ ਮਾਨ ਨੇ ਦਿੱਤੀ ਵਧਾਈ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਸਰਬਜੋਤ ਕੌਰ। ਨਿਊਜ਼ 18 ਪੰਜਾਬ ਹਰਿਆਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਬੁਲੇਟਿਨ ਦੀ ਸ਼ੁਰੂਆਤ ਕਰਕੇ ਪਹਿਲੀ ਖਬਰ ਦੇ ਨਾਲ, ਜੋ ਕਿ ਸੰਸਦ ਦੇ ਸਪੈਸ਼ਲ ਸੈਸ਼ਨ ਨਾਲ ਜੁੜੀ ਹੋਈ ਹੈ। ਅੱਜ ਤੋਂ ਸ਼ੁਰੂ ਹੋਵੇਗਾ ਸੰਸਦ ਦਾ ਸਪੈਸ਼ਲ ਇਜਲਾਸ। ਸੰਸਦ ਦਾ ਸਪੈਸ਼ਲ ਸੈਸ਼ਨ ਦੱਸ ਕਿ 22 ਸਤੰਬਰ ਤੱਕ 5 ਦਿਨ ਦਾ ਵਿਸ਼ੇਸ਼ ਸੈਸ਼ਨ ਸੱਦਿਆ ਗਿਆ ਹੈ। ਵਿਸ਼ੇਸ਼ ਇਜਲਾਸ 'ਚ 5 ਬੈਠਕਾਂ ਹੋਣਗੀਆਂ। ਇਸ ਨਾਲ ਹੀ ਪਹਿਲੇ ਦਿਨ ਯਾਨੀ ਕਿ ਅੱਜ ਸੰਸਦ ਦੇ 75 ਸਾਲ ਦੇ ਸਫ਼ਰ ਤੇ ਚਰਚਾ ਕੀਤੀ ਜਾਏਗੀ। ਦੱਸ ਕਿ ਲੋਕ ਸਭਾ ਤੇ ਰਾਜ ਸਭਾ 'ਚ ਅੱਜ ਚਰਚਾ ਕੀਤੀ ਜਾਏਗੀ। ਦੋਹਾਂ ਸਦਨਾਂ 'ਚ ਸਵੇਰੇ 11 ਵਜੇ ਚਰਚਾ ਸ਼ੁਰੂ ਹੋਵੇਗੀ। ਸੈਸ਼ਨ 'ਚ ਕਈ ਅਹਿਮ ਬਿੱਲ ਪੇਸ਼ ਹੋ ਸਕਦੇ ਨੇ। ਜੈਸੀ ਬਿੱਲਾਂ ਦੀ ਗੱਲ ਕਰੀਏ ਤੇ ਵਿਸ਼ੇਸ਼ ਇਜਲਾਸ ਦੇ ਹੰਗਾਮੇਦਾਰ ਰਹਿਣ ਦੇ ਵੀ ਆਸਾਰ ਦੱਸੇ ਜਾ ਰਹੇ ਨੇ। ਵਿਸ਼ੇਸ਼ ਜੇ ਬਿੱਲਾਂ ਦੀ ਅਸੀਂ ਗੱਲ ਕਰੀਏ ਤੇ ਯੂਸੀਸੀ ਤੇ ਸਰਕਾਰ ਬਿੱਲ ਲੈ ਕੇ ਆ ਸਕਦੀ ਹੈ। 1 ਨੇਸ਼ਨ 1 ਇਲੈਕਸ਼ਨ ਤੇ ਸਰਕਾਰ ਬਿੱਲ ਲੈ ਕੇ ਆ ਸਕਦੀ ਹੈ। ਇਸ ਦੇ ਨਾਲ ਹੀ ਦੇਸ਼ ਦਾ ਨਾਮ ਬਦਲਣ ਨੂੰ ਲੈ ਕੇ ਸਰਕਾਰ ਬਿੱਲ ਲਿਆ ਸਕਦੀ ਹੈ। ਵਿਮਨ ਰਿਜ਼ਰਵੇਸ਼ਨ ਤੇ ਸਰਕਾਰ ਬਿੱਲ ਲਿਆ ਸਕਦੀ ਹੈ ਤੇ ਕਈ ਮੁੱਦਿਆਂ ਤੇ ਸਰਕਾਰ ਨੂੰ ਘੇਰਨ ਲਈ ਤਿਆਰ ਹੈ ਵਿਰੋਧੀ। ਤੇ ਦੱਸਦੇ ਕਿ ਅੱਜ ਪੁਰਾਣੇ ਸੰਸਦ ਭਵਨ 'ਚ ਸੈਸ਼ਨ ਹੋਵੇਗਾ, ਜਦੋਂ ਕਿ ਕੱਲ ਤੋਂ ਨਵੇਂ ਸੰਸਦ ਭਵਨ 'ਚ ਕਾਰਵਾਈ ਸ਼ੁਰੂ ਹੋਵੇਗੀ। ਦੱਸ ਕੇ ਆਲ ਪਾਰਟੀ ਮੀਟਿੰਗ 'ਚ ਆਰਡੀਐਫ ਦਾ ਮੁੱਦਾ ਵੀ ਚੁੱਕਿਆ ਗਿਆ। ਦੱਸ ਕੇ ਆਪ ਨੇ ਚੁੱਕਿਆ ਹੈ ਆਰਡੀਐਫ ਦਾ ਮੁੱਦਾ। ਪੰਜਾਬ ਲਈ ਸਪੈਸ਼ਲ ਪੈਕੇਜ ਦੀ ਵੀ ਡਿਮਾਂਡ ਕੀਤੀ ਗਈ ਹੈ। ਪੰਜਾਬ ਲਈ ਸਪੈਸ਼ਲ ਪੈਕੇਜ ਦੀ ਮੰਗ ਵੀ ਕੀਤੀ ਗਈ ਹੈ। ਦੱਸ ਕੇ ਕਾਂਗਰਸ ਨੇ ਚੁੱਕਿਆ ਹੈ ਮਹਿਲਾ ਰਿਜ਼ਰਵੇਸ਼ਨ ਦਾ ਮੁੱਦਾ। ਇਸ ਦੇ ਨਾਲ ਹੀ ਸਰਕਾਰ ਦਾ ਕਹਿਣਾ ਹੈ ਕਿ ਅਸੀਂ ਹਰ ਮੁੱਦੇ ਤੇ ਚਰਚਾ ਕਰਾਂਗੇ। ਇਜਲਾਸ ਨੂੰ ਲੈ ਕੇ ਸਰਕਾਰ ਨੇ ਹਾਲੇ ਵੀ ਕੋਈ ਪੱਤੇ ਨਹੀਂ ਖੋਲੇ। ਅੱਜ ਯਾਨੀ ਕਿ 18 ਸਤੰਬਰ ਤੋਂ ਲੈ ਕੇ 22 ਸਤੰਬਰ ਤੱਕ ਵਿਸ਼ੇਸ਼ ਸੈਸ਼ਨ ਸਰਕਾਰ ਦੇ ਵੱਲੋਂ ਸੱਦਿਆ ਗਿਆ। ਇਸ ਦੇ ਨਾਲ ਹੀ ਪਹਿਲੇ ਦਿਨ ਅੱਜ ਯਾਨੀ ਕਿ 18 ਸਤੰਬਰ ਹੈ। ਅੱਜ ਦੇ ਦਿਨ ਹੀ 75 ਸਾਲ ਦੇ ਸਫ਼ਰ ਤੇ ਚਰਚਾ ਕੀਤੀ ਜਾਏਗੀ ਤੇ ਦੋਹਾਂ ਸਦਨਾਂ 'ਚ ਹੀ ਸਵੇਰੇ 11 ਵਜੇ ਅੱਜ ਚਰਚਾ ਸ਼ੁਰੂ ਹੋਵੇਗੀ। मेरे सहयोगी अरुण सिंह फोन लाइन पे जुड़े हुए हैं। अरुण, जानना चाहेंगे कि आज का क्या एजेंडा होगा, कौन से बिल सरकार ला सकती है और जो विरोधियों की क्या स्ट्रैटेजी रहेगी? देखिए, पहला दिन है और पहले दिन सरकार की तरफ से बताया गया है कि संसद जब से स्थापित हुई, यानी संसद में जब से कामकाज शुरू हो गया, लगभग 75 साल हो गए। 75 साल में संसद की क्या उपलब्धियां रही, क्या मुश्किलें आई और किस तरह से संसद ने बड़े कानून बनाए, क्या क्या हिंदुस्तान के पक्ष में और दुनिया के परिप्रेक्ष्य में संसद से कौन से बड़े कानून पास हुए, कौन सी बड़ी बहस हुई, कौन से अच्छे वक्ता थे, किन लोगों ने देश की राजनीति का रुख संसद के जरिए बदल दिया, इन सब बातों पर चर्चा होगी। यानी संसद ने 75 सालों में हिंदुस्तान को क्या दिया, या यूं कह लें कि हिंदुस्तान क्या पाया संसद के जरिए, इन सब विषयों पर चर्चा होगी। और कल सारे सांसदों को 11 बजे केंद्रीय का सेंट्रल हॉल जिसको कहते हैं संसद भवन का, वहां पर बुलाया गया है। वहां पर एक कार्यक्रम होगा और उसके बाद बाकायदा ये जो संसद है पुरानी वो छोड़ करके नई संसद जो प्रधानमंत्री नरेंद्र मोदी के नेतृत्व में कैबिनेट की मंजूरी के बाद बनी है, वहां से कामकाज शुरू होगा। यानी 19 तारीख को कल
आज पुरानी संसद में काम होगा तो एक तरफ से देखें तो आज का दिन ऐतिहासिक है, क्योंकि 75 साल से जिस संसद में कानून बन रहे थे हिंदुस्तान के लिए, नागरिकों के लिए, बहस हो रही थी उनके मुद्दों पर, वो अब कल से यानी 19 तारीख से चली जाएगी नई संसद में। एक नया इतिहास भारतीय संसदीय राजनीति का शुरू होगा। तो आज 75 साल के कामकाज पर संसद की चर्चा होगी और कल से नई संसद में प्रवेश कर जाएंगे सारे सांसद। और उसके बाद वहां पर कई ऐसी बिल है, जिसमें एक सबसे बड़ा जो बिल है सीईसी बिल, जो चुनाव आयुक्तों की नियुक्ति वाला बिल है, जिस पर ऐतराज है विपक्ष को, खासतौर से कांग्रेस को, कि वो जो सरकार जो है वो चाहती है कि जो चुनाव आयोग है उसकी स्वायत्तता, उसकी स्वतंत्रता कमजोर हो, उसका विरोध करेगी। साथ ही साथ कल से लेकर के आपने देखा होगा कि ऑल पार्टी मीटिंग में कई विपक्षी दलों ने कहा कि महिला आरक्षण जो राज्यसभा से पास हो चुका है, महिला आरक्षण बिल, उसको जल्दी पास कराया जाए इसी सत्र में, स्पेशल सेशन में। सरकार कई और बिल लाना चाहती है, लेकिन जो बड़े मुद्दे हैं वो ये कि विपक्ष कह रहा है कि अभी भी सरप्राइजिंग एलिमेंट कुछ न कुछ जरूर है, जिसकी जानकारी सत्ता पक्ष उनको नहीं दे रहा है। अरुण, अगर हम बिल की बात करें, कौन कौन से बिल लाने की तैयारी में है सरकार? जैसा कि मैंने बताया कि जो सबसे महत्वपूर्ण बिल है वो ये है कि कुछ दिनों पहले सुप्रीम कोर्ट ने एक फैसला दिया था, जिसमें कहा था कि चुनाव आयुक्त की जो नियुक्ति हो, क्योंकि विपक्ष लगातार आरोप लगा रहा था कि चुनाव आयुक्त जो नियुक्त किए जा रहे हैं वो एक तरफा कार्रवाई हो रही है, और जो व्यक्ति बैठ रहे हैं कुर्सी पर वो स्वतंत्र हैं कि नहीं, वो निष्पक्ष हैं कि नहीं, इस पर सवाल है। तो सुप्रीम कोर्ट ने एक निर्णय दिया था, जिसमें प्रधानमंत्री के साथ साथ जो लोकसभा में नेता विपक्ष अगर हैं तो वो, या बड़ी पार्टी जो सबसे है उसके नेता, और साथ ही साथ चीफ जस्टिस ऑफ इंडिया सीजेआई उस कमेटी में होते थे। लेकिन उस फैसले में कमेटी ने कहा था, सीजेआई ने ये कहा था कि अगर सरकार चाहे तो सीजेआई की जगह पर कोई जो नॉमिनेट कर सकती है, कोई मंत्री चाहे या कोई जो उसको लगे। तो अब वही बिल लेके सरकार आ रही है कि भाई उसमें प्रधानमंत्री होंगे, लोकसभा में विपक्ष के नेता अगर हैं तो हैं, नहीं है तो सबसे बड़ी पार्टी के नेता है, और साथ ही साथ सीजेआई की जगह पर एक कैबिनेट मंत्री आएगा। तो अब विपक्ष कह रहा है कि इस तरह से फिर बहुमत हो जाएगा, प्रधानमंत्री और कैबिनेट मिनिस्टर दोनों मिलकर के फैसला लिए करेंगे, विपक्ष की आवाज दबी रह जाएगी और अपनी पसंद के मुताबिक चुन लेंगे वो उस पोस्ट पर। तो सबसे जो ज्यादा विरोध हो रहा है इसका हो रहा है। उसके अलावा पोस्टल से लेकर कई ऐसे हैं जो विधेयक हैं जो आने हैं। बहुत ज्यादा महत्वपूर्ण जो विधेयक है वो यही है सीईसी, जिस पर लेकर के विपक्ष और सत्ता पक्ष के बीच सनातनी बनी हुई। जी, बहुत बहुत शुक्रिया अरुण, हमें तमाम जानकारी देने ਲਈ ਤੇ ਅੱਜ ਤੋਂ ਸੰਸਦ ਦੇ ਸਪੈਸ਼ਲ ਇਜਲਾਸ ਦੀ ਸ਼ੁਰੂਆਤ ਹੋਣ ਜਾ ਰਹੀ, ਜਿਸ ਕਿ ਮੇਰੇ ਸਹਿਯੋਗੀ अरुण सिंह दस रहे थे कि आज जो पुरानी संसद है उत्थे ही जो सैशन की शुरुआत की जाएगी। पहले दिन यानी कि आज के दिन 75 साल के सफर से चर्चा की जाएगी। कल यानी कि 19 सितंबर गणेश चतुर्थी वाले दिन जो संसद की बैठक उत्थों शुरू हुई। पंजाब के मसले पर पंजाब में रूरल डेवलपमेंट फंड जो सरकार नहीं दे रही है, लगभग 4000 करोड़ रुपए वो दिया जाए और बॉर्डर स्टेट होने के नाते स्पेशल पैकेज पंजाब को दिया जाए, ये विषय भी उठाया गया। सर्वदलीय बैठक में सरकार ने बताया कि अभी जो एजेंडा है वो बाद में बताया जाएगा, किन विषयों पे सदन में चर्चा होनी है वो बाद में बताया जाएगा। विपक्ष की सारी पार्टियों ने, इसके अलावा आरएलपी ने, एलजेपी ने एक स्वर में मांग की कि मुझे और राघव चड्ढा को, दो सांसदों को जो सस्पेंड किया गया है वो बहाल किया जाए, क्योंकि अगर नए सदन में, नई संसद में हम लोग जा रहे हैं तो बड़े मन से नई शुरुआत करें। ये बात लगभग सभी दलों ने एक स्वर में सरकार के सामने रखी। सरकार की क्या मुद्दा और सरकार सदन चलाने के लिए क्यों ये बेमौसम सदन को बुलाए, इस विषय को लेकर हमें भी थोड़ा भ्रम तो जरूर थी, लेकिन धीरे धीरे ये सरकार को जो रुख है वो हमें पता होते हैं, लेकिन फिर भी हमें ये जानकारी नहीं है कि अगले दिन और कुछ नहीं कुछ होने वाला है या नहीं, क्योंकि सरकार की मंशा सरकार खुद जानते हैं। क्योंकि आज ही पता चले कि ये रेगुलर सेशन की तरह ही ये सेशन लाने की सोच रही है, लेकिन हमें कुछ चीज़ों से वंचित भी किए जा रहे हैं, क्योंकि आप जानते हैं कि हर मेंबर को ये क्वेश्चन आवर और जीरो आवर की सुविधा मिलते हैं,
तो इस सुविधा से हमें और जितने सारे मेंबर हैं, चाहे सत्ता विपक्ष, दोनों मेंबर को, दोनों तरफ के मेंबर को ही वंचित होना पड़ेगा, ये तय है। 51 लीडर्स फ्रॉम द 34 पार्टीज अटेंड किए हुए हैं और सरकार की तरफ से ऐसे तो बहुत पार्टीज बहुत डिमांड किया है, लेकिन सरकार की तरफ से हमने जो एजेंडा है हमने स्पष्ट रूप से कहा है। ऑलरेडी 4 बिल तो लिस्टेड है, 4 बिल तो लिस्टेड है और उसके साथ ही साथ जो ऑलरेडी लिस्टेड है बीएससी में अप्रूवल का पेंडिंग है, वो भी 2-3 बिल है। दो तीन और बिल जो ऑलरेडी लिस्टेड है। टोटली देर आर अराउंड 8 बिल्स, टोटली 8 बिल्स एंड no, that is we will give it to you, we will mail it to you, but at present there is a repealing and the amendment bill 2023, the press registration and periodicals bill 2023, the advocates amendment bill 2023, the post office bill 2023। ਅੱਗੇ ਵਧਾਂਗੇ ਤੇ ਗੱਲ ਕਰਾਂਗੇ ਲੁਧਿਆਣਾ ਦੀ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੀ, ਜਿੱਥੇ ਕਿ ਐਨਆਈਏ ਦੇ ਵੱਲੋਂ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਦੇ ਵੱਲੋਂ ਛਾਪੇਮਾਰੀ ਕੀਤੀ ਗਈ। ਦੱਸ ਕੇ ਕੈਂਪਸ 'ਚ ਇੱਕ ਵਿਦਿਆਰਥੀ ਤੋਂ ਕਈ ਘੰਟੇ ਐਨਆਈਏ ਦੇ ਵੱਲੋਂ ਪੁੱਛਗਿੱਛ ਕੀਤੀ ਗਈ। ਦਰਅਸਲ ਦਹਿਸ਼ਤਗਰਦਾਂ ਦੇ ਸੰਪਰਕ 'ਚ ਹੋਣ ਦਾ ਸ਼ੱਕ ਇਸ ਸਟੂਡੈਂਟ ਦੇ ਵੱਲੋਂ ਜਤਾਇਆ ਜਾ ਰਿਹਾ ਸੀਗਾ। ਐਨਆਈਏ ਨੇ ਕੁਝ ਦਿਨ ਪਹਿਲਾਂ ਹੀ ਅਲੀਗੜ੍ਹ ਦੀ ਮੁਸਲਿਮ ਯੂਨੀਵਰਸਿਟੀ ਦੇ ਇੱਕ ਵਿਦਿਆਰਥੀ ਨੂੰ ਦਹਿਸ਼ਤਗਰਦਾਂ ਦੇ ਸੰਪਰਕ ਮਾਮਲੇ 'ਚੋਂ ਗ੍ਰਿਫਤਾਰ ਕੀਤਾ ਸੀਗਾ। ਪੁੱਛਗਿੱਛ ਦੌਰਾਨ ਵਿਦਿਆਰਥੀ ਤੋਂ ਇੱਕ ਗੈਜਟ ਮਿਲਿਆ ਸੀਗਾ, ਜਿਸ ਤੋਂ ਬਾਅਦ ਐਨਆਈਏ ਨੇ ਦੇਸ਼ ਦੀਆਂ 9 ਲੋਕੇਸ਼ਨਸ ਤੇ ਛਾਪੇਮਾਰੀ ਕੀਤੀ। ਇਸੇ ਤਹਿਤ ਪੀਏਯੂ ਦੇ ਵਿਦਿਆਰਥੀ ਤੋਂ ਕਈ ਘੰਟੇ ਪੁੱਛਗਿੱਛ ਕੀਤੀ ਗਈ ਐਨਆਈਏ ਦੇ ਵੱਲੋਂ। ਦੱਸ ਕੇ ਫਿਲਹਾਲ ਵਿਦਿਆਰਥੀ ਦੀ ਭੂਮਿਕਾ ਦੀ ਜਾਂਚ ਐਨਆਈਏ ਦੇ ਵੱਲੋਂ ਕੀਤੀ ਜਾ ਰਹੀ ਹੈ। ਤੇ ਲੁਧਿਆਣਾ ਦੀ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਹੈ, ਜਿੱਥੇ ਕਿ ਐਨਆਈਏ ਦੇ ਵੱਲੋਂ ਦੇਸ਼ ਦੀ ਸਭ ਤੋਂ ਵੱਡੀ ਜੋ ਇਨਵੈਸਟੀਗੇਸ਼ਨ ਏਜੰਸੀ ਹੈ ਉੱਥੇ ਛਾਪੇਮਾਰੀ ਕੀਤੀ ਗਈ ਤੇ ਕਈ ਘੰਟਿਆਂ ਤੱਕ ਇਸ ਸਟੂਡੈਂਟ ਤੋਂ ਐਨਆਈਏ ਦੇ ਵੱਲੋਂ ਪੁੱਛਗਿੱਛ ਕੀਤੀ। ਤੇ ਲੁਧਿਆਣਾ ਦੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ 'ਚ ਐਨਆਈਏ ਦੇ ਵੱਲੋਂ ਛਾਪੇਮਾਰੀ ਕੀਤੀ ਗਈ ਹੈ। ਦੱਸਦੇ ਕਿ ਦਹਿਸ਼ਤਗਰਦਾਂ ਦੇ ਸੰਪਰਕ 'ਚ ਹੋਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ। ਐਨਆਈਏ ਨੇ ਦਰਅਸਲ ਕੁਝ ਦਿਨ ਪਹਿਲਾਂ ਹੀ ਅਲੀਗੜ੍ਹ ਦੀ ਮੁਸਲਿਮ ਯੂਨੀਵਰਸਿਟੀ ਦੇ ਇੱਕ ਵਿਦਿਆਰਥੀ ਨੂੰ ਦਹਿਸ਼ਤਗਰਦਾਂ ਦੇ ਸੰਪਰਕ ਮਾਮਲੇ 'ਚ ਗ੍ਰਿਫਤਾਰ ਕੀਤਾ ਸੀਗਾ। ਉਸ ਦੇ ਕੋਲੋਂ ਜਦੋਂ ਗੈਜਟ ਮਿਲਿਆ ਤੇ ਜਿਸ ਤੋਂ ਬਾਅਦ ਐਨਆਈਏ ਨੇ ਦੇਸ਼ ਦੀਆਂ 9 ਲੋਕੇਸ਼ਨਸ ਤੇ ਛਾਪੇਮਾਰੀ ਕੀਤੀ। ਤੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ 'ਚ ਸਥਿਤ ਹੈ, ਉੱਥੇ ਐਨਆਈਏ ਦੇ ਵੱਲੋਂ ਦੇਸ਼ ਦੀ ਸਭ ਤੋਂ ਵੱਡੀ ਇਨਵੈਸਟੀਗੇਸ਼ਨ ਏਜੰਸੀ ਦੇ ਵੱਲੋਂ ਜਾਂਚ ਪੜਤਾਲ ਕੀਤੀ ਗਈ, ਛਾਪੇਮਾਰੀ ਕੀਤੀ ਗਈ। ਉੱਥੇ ਹੀ ਜੋ ਸਟੂਡੈਂਟ ਹੈ ਉੱਥੇ ਪੜ੍ਹਦਾ ਹੈ, ਉਸ ਤੋਂ ਕਈ ਘੰਟੇ ਤੱਕ ਐਨਆਈਏ ਦੇ ਵੱਲੋਂ ਪੁੱਛਗਿੱਛ ਕੀਤੀ ਗਈ। ਅੱਗੇ ਵਧਾਂਗੇ, ਗੱਲ ਕਰਾਂਗੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ। ਪੰਜਾਬੀ ਯੂਨੀਵਰਸਿਟੀ 'ਚ ਅੱਜ ਫਿਰ ਪ੍ਰਦਰਸ਼ਨ ਅਤੇ ਪ੍ਰਸ਼ਾਸਨ ਅਤੇ ਸਟੂਡੈਂਟਸ ਵਿਚਾਲੇ ਰੇੜਕਾ ਜੋ ਹੈ ਬਰਕਰਾਰ ਹੈ। ਦੱਸ ਕੇ ਅੱਜ ਫਿਰ ਪ੍ਰਦਰਸ਼ਨ ਕਰਨਗੇ ਵਿਦਿਆਰਥੀ। ਯੂਨੀਵਰਸਿਟੀ ਨੇ ਰਿਟਾਇਰਡ ਜੱਜ ਨੂੰ ਸੌਂਪੀ ਹੈ ਜਾਂਚ। ਇਸ ਨਾਲ ਹੀ ਕੁੜੀ ਦੀ ਮੌਤ ਤੋਂ ਬਾਅਦ ਲਗਾਤਾਰ ਜੋ ਵਿਵਾਦ ਹੈ, ਰੇੜਕਾ ਹੈ, ਲਗਾਤਾਰ ਜਾਰੀ ਹੈ। ਦੱਸ ਕੇ ਸਟੂਡੈਂਟਸ ਨੇ ਇੱਕ ਪ੍ਰੋਫੈਸਰ ਤੇ ਇਲਜ਼ਾਮ ਲਗਾਉਂਦਾ ਸੀਗਾ ਕਿ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਹੈ ਤੇ ਪੁਲਿਸ ਨੇ 13 ਸਟੂਡੈਂਟਸ ਖਿਲਾਫ FIR ਵੀ ਦਰਜ ਕੀਤੀ ਗਈ ਹੈ। ਤੇ ਕੁਝ ਦਿਨ ਪਹਿਲਾਂ ਦਾ ਹੀ ਪੂਰਾ ਮਾਮਲਾ ਹੈ, ਜਦੋਂ ਕਿ ਜੋ ਪੰਜਾਬੀ ਯੂਨੀਵਰਸਿਟੀ ਦੇ ਪ੍ਰੋਫੈਸਰ ਨੇ ਸੁਰਜੀਤ ਸਿੰਘ, ਉਹਨਾਂ ਤੇ ਇਲਜ਼ਾਮ ਲਗਾਏ ਸੀਗੇ ਕਿ ਕੁੜੀ ਨੂੰ ਮਾਨਸਿਕ ਤੌਰ ਤੇ ਉਹਨਾਂ ਦੇ ਵੱਲੋਂ ਪਰੇਸ਼ਾਨ ਕੀਤਾ ਗਿਆ ਸੀਗਾ, ਜਿਸ ਦੇ ਚਲਦੇ ਸਟੂਡੈਂਟਸ ਦੇ ਵੱਲੋਂ ਉੱਥੇ ਜੋ ਹੈ ਪ੍ਰਦਰਸ਼ਨ ਕੀਤਾ ਗਿਆ ਸੀਗਾ ਤੇ ਸਟੂਡੈਂਟਸ ਦੇ ਵੱਲੋਂ ਕੋਈ ਚੀਜ਼ ਵਗਾ ਕੇ ਜੋ ਪ੍ਰੋਫੈਸਰ ਸੁਰਜੀਤ ਸਿੰਘ ਨੇ ਉਹਨਾਂ ਦੇ ਮਾਰੀ ਗਈ ਸੀਗੀ ਤੇ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਸੀ। ਮੇਰੇ ਸਹਿਯੋਗੀ ਮਨੋਜ ਸ਼ਰਮਾ ਫੋਨ ਲਾਈਨ ਤੇ ਮੌਜੂਦ ਹੈ। ਮਨੋਜ, ਜਾਨਣਾ ਚਾਹਾਂਗੇ ਕਿ ਜੋ ਰੇੜਕਾ ਹੈ ਪ੍ਰਸ਼ਾਸਨ ਅਤੇ ਸਟੂਡੈਂਟਸ ਦੇ ਵਿਚਾਲੇ ਲਗਾਤਾਰ ਜਾਰੀ ਹੈ, ਪੂਰੀ ਅਪਡੇਟ ਹੁਣ ਤੱਕ ਦੀ। ਜੀ ਸਰਬਜੋਤ, ਮੈਂ ਦੱਸ ਦਿਆਂ ਕਿ ਕਈ ਸਟੂਡੈਂਟਸ ਆਰਗੇਨਾਈਜੇਸ਼ਨ ਨੇ ਅੱਜ ਯੂਨੀਵਰਸਿਟੀ ਦੇ ਵਿੱਚ ਪ੍ਰੋਟੈਸਟ ਕਰਨ ਦਾ ਐਲਾਨ ਕੀਤਾ ਸੀ ਤੇ ਉਹਦੇ ਮੱਦੇਨਜ਼ਰ ਜਿਹੜਾ ਮੇਨ ਗੇਟ ਹੈ ਉਹਨੂੰ ਵੀ ਬੰਦ ਕਰਨ ਦੀ ਗੱਲ ਕਹੀ ਗਈ ਸੀ। ਇਸ ਨੂੰ ਦੇਖਦੇ ਹਾਂ ਜਿਹੜਾ ਭਾਰੀ ਪੁਲਿਸ ਬਲ ਹੈ ਉਹ ਇੱਥੇ ਤੈਨਾਤ ਹੈ। SP ਸਿਟੀ ਸਰਫਰਾਜ਼ ਆਲਮ ਨੇ, DSP ਸਿਟੀ 2 ਜਸਵਿੰਦਰ ਟਿਵਾਣਾ ਤੇ ਕਈ ਥਾਣਿਆਂ ਦੇ ਜਿਹੜੇ SHO ਨੇ ਉਹ ਪੂਰੀ ਪੁਲਿਸ ਬਲ ਦੇ ਨਾਲ ਇੱਥੇ ਮੇਨ ਗੇਟ ਤੇ ਤੈਨਾਤ ਨੇ। ਇਹੀ ਗੱਲ ਕਹੀ ਗਈ ਹੈ ਕਿ ਅਮਨ ਕਾਨੂੰਨ ਭੰਗ ਕਰਨ ਦੀ ਇਜਾਜ਼ਤ ਕਿਤੇ ਨੂੰ ਨਹੀਂ ਦਿੱਤੀ ਜਾਏਗੀ। ਜੇਕਰ ਕੋਈ ਸ਼ਾਂਤਮਈ ਪ੍ਰੋਟੈਸਟ ਕਰਦਾ ਤਾਂ ਕੁਝ ਸਮੇਂ ਲਈ ਕਰ ਸਕਦਾ, ਪਰ ਇਹ ਨਹੀਂ ਹੈਗਾ ਕਿ
ਯੂਨੀਵਰਸਿਟੀ ਦਾ ਗੇਟ ਪੱਕੇ ਤੌਰ ਤੇ ਬੰਦ ਕਰ ਦਿੱਤਾ ਜਾਵੇ। ਸੋ ਫਿਲਹਾਲ ਸਟੂਡੈਂਟ ਤਾਂ ਨਹੀਂ ਆਏ, ਪਰ ਸਵੇਰ ਤੋਂ ਹੀ ਇੱਥੇ ਪੁਲਿਸ ਫੋਰਸ ਹੈ ਜਿਹੜੀ ਉਹ ਲੱਗ ਗਈ ਹੈ ਤੇ ਆਉਣ ਵਾਲੇ ਕੁਝ ਸਮੇਂ ਬਾਅਦ ਹੀ ਜਿਹੜੇ ਪ੍ਰੋਟੈਸਟ ਕਰਤਾ ਨੇ, ਚਾਹੇ SOI ਦੇ ਵਰਕ ਜਿਹੜੇ ਸਟੂਡੈਂਟ ਨੇ ਉਹ ਹੁਣ ਜਾਂ ਦੂਜੀਆਂ ਜਥੇਬੰਦੀਆਂ ਨੇ ਜਿਨ੍ਹਾਂ ਨੇ ਐਲਾਨ ਕੀਤਾ ਸੀ ਉਹ ਇੱਥੇ ਪਹੁੰਚਣਗੇ। ਤੇ ਉਸ ਤੋਂ ਬਾਅਦ ਅਗਲੀ ਗੱਲ ਇਹ ਦੇਖਣ ਵਾਲੀ ਹੋਏਗੀ ਕਿ ਪੁਲਿਸ ਪ੍ਰਸ਼ਾਸਨ ਤੇ ਜਿਹੜਾ ਪੰਜਾਬੀ ਯੂਨੀਵਰਸਿਟੀ ਪ੍ਰਸ਼ਾਸਨ ਹੈ ਉਹ ਇਸ ਪੂਰੇ ਮਾਮਲੇ ਨੂੰ ਕਿਸ ਤਰ੍ਹਾਂ ਨਜਿੱਠਦਾ ਹੈ। ਪਰ ਜੇ ਗੱਲ ਸੁਰੱਖਿਆ ਦੀ ਕਰੀਏ ਤਾਂ ਜਿਹੜਾ ਯੂਨੀਵਰਸਿਟੀ ਦਾ ਮੇਨ ਗੇਟ ਹੈ ਉਹਦੇ ਉੱਪਰ ਪੁਲਿਸ ਪੂਰੀ ਤਰ੍ਹਾਂ ਨਾਲ ਤੈਨਾਤ ਹੈ, ਡਿਊਟੀਆਂ ਲਗਾ ਦਿੱਤੀਆਂ ਗਈਆਂ ਨੇ ਕਿ ਤਾਂ ਕਿ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਜਿਹੜਾ ਮਾਹੌਲ ਹੈਗਾ ਉਹ ਬਿਲਕੁਲ ਖਰਾਬ ਨਾ ਹੋਵੇ। ਜੀ ਬਹੁਤ ਬਹੁਤ ਸ਼ੁਕਰੀਆ ਮਨੋਜ, ਸਾਨੂੰ तमाम ਜਾਣਕਾਰੀ ਦੇਣ ਲਈ। ਤੇ ਪੰਜਾਬੀ ਯੂਨੀਵਰਸਿਟੀ ਦਾ ਪੂਰਾ ਮਾਮਲਾ ਹੈ ਜਿੱਥੇ ਕਿ ਅੱਜ ਫਿਰ ਤੋਂ ਪ੍ਰਦਰਸ਼ਨ ਹੋਣਾ ਹੈ। ਪ੍ਰਸ਼ਾਸਨ ਅਤੇ ਸਟੂਡੈਂਟਸ ਦੇ ਵਿਚਾਲੇ ਰੇੜਕਾ ਲਗਾਤਾਰ ਜਾਰੀ ਹੈ। ਇਸ ਦੇ ਵਿਚਾਲੇ ਸਾਡੇ ਸਹਿਯੋਗੀ ਦੱਸ ਰਹੇ ਸੀਗੇ ਕਿ ਪੁਲਿਸ ਉੱਥੇ ਚੱਪੇ ਚੱਪੇ ਤੇ ਤੈਨਾਤ ਹੈ। ਪੁਲਿਸ ਦੀ ਕੋਸ਼ਿਸ਼ ਰਹੇਗੀ ਕਿ ਮਾਹੌਲ ਖਰਾਬ ਨਾ ਕੀਤਾ ਜਾ ਸਕੇ। ਅੱਜ ਅਟਾਰੀ ਵਾਗਾ ਬਾਰਡਰ ਨੇੜੇ ਕਿਸਾਨ ਪ੍ਰਦਰਸ਼ਨ ਕਰਨ ਜਾ ਰਹੇ ਨੇ। ਦੱਸਦੇ ਕਿ ਕੀਰਤੀ ਕਿਸਾਨ ਯੂਨੀਅਨ ਆ ਪ੍ਰਦਰਸ਼ਨ ਕਰੇਗੀ। ਭਾਰਤ ਅਤੇ ਪਾਕਿਸਤਾਨ ਵਿਚਾਲੇ ਮੁੜ ਵਪਾਰ ਸ਼ੁਰੂ ਕਰਨ ਦੀ ਮੰਗ ਇਹਨਾਂ ਦੇ ਵੱਲੋਂ ਕੀਤੀ ਜਾ ਰਹੀ ਹੈ। ਦੱਸ ਕਿ 20 ਸਤੰਬਰ ਨੂੰ ਹੁਸੈਨੀਵਾਲਾ ਬਾਰਡਰ ਤੇ ਪ੍ਰਦਰਸ਼ਨ ਦਾ ਐਲਾਨ ਕਿਸਾਨਾਂ ਦੇ ਵੱਲੋਂ ਕੀਤਾ ਗਿਆ ਹੈ ਤੇ ਕੀਰਤੀ ਕਿਸਾਨ ਯੂਨੀਅਨ ਹੈ ਜਥੇਬੰਦੀ ਹੈ ਜਿਸ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਮੰਗਾਂ ਕੀਤੀ ਜਾ ਰਹੀ ਹੈ ਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਜੋ ਵਪਾਰ ਹੈ ਜੋ ਕਈ ਸਾਲਾਂ ਤੋਂ ਬੰਦ ਪਿਆ ਹੈ ਉਸ ਨੂੰ ਮੁੜ ਤੋਂ ਸ਼ੁਰੂ ਕੀਤਾ ਜਾਏ। ਇਸ ਨਾਲ 20 ਸਤੰਬਰ ਨੂੰ ਹੁਸੈਨੀਵਾਲਾ ਬਾਰਡਰ ਹੈ ਉਸ ਤੇ ਪ੍ਰਦਰਸ਼ਨ ਕੀਰਤੀ ਕਿਸਾਨ ਯੂਨੀਅਨ ਦੇ ਵੱਲੋਂ ਕੀਤਾ ਜਾਏਗਾ। ਤੇ ਅੱਜ ਅਟਾਰੀ ਵਾਗਾ ਬਾਰਡਰ ਨੇੜੇ ਕਿਸਾਨ ਪ੍ਰਦਰਸ਼ਨ ਕਰਨ ਜਾ ਰਹੇ ਨੇ। ਦੱਸਦੇ ਕਿ ਕੀਰਤੀ ਕਿਸਾਨ ਯੂਨੀਅਨ ਦੇ ਵੱਲੋਂ ਆ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਮੰਗ ਕੀਤੀ ਜਾ ਰਹੀ ਹੈ ਕਿ ਭਾਰਤ ਤੇ ਪਾਕਿਸਤਾਨ ਵਿਚਾਲੇ ਜੋ ਵਪਾਰ ਕਿੰਨੇ ਸਾਲਾਂ ਤੋਂ ਬੰਦ ਪਿਆ ਹੈ ਉਸ ਨੂੰ ਮੁੜ ਤੋਂ ਸ਼ੁਰੂ ਕੀਤਾ ਜਾਏ। 20 ਸਤੰਬਰ ਨੂੰ ਹੁਸੈਨੀਵਾਲਾ ਬਾਰਡਰ ਤੇ ਹੀ ਪ੍ਰਦਰਸ਼ਨ ਦਾ ਐਲਾਨ ਕੀਤਾ ਗਿਆ ਹੈ। ਮੇਰੇ ਸਹਿਯੋਗੀ ਰਾਜੀਵ ਸ਼ਰਮਾ ਹੋਰ ਜਾਣਕਾਰੀ ਲਈ ਜੁੜੀ ਹੋਏ ਨੇ। ਰਾਜੀਵ, ਕੀਰਤੀ ਕਿਸਾਨ ਯੂਨੀਅਨ ਦੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਜੋ ਵਪਾਰ ਬੰਦ ਪਿਆ ਸੀਗਾ ਭਾਰਤ ਪਾਕਿਸਤਾਨ ਦੇ ਵਿਚਾਲੇ ਉਹ ਮੁੜ ਤੋਂ ਸ਼ੁਰੂ ਕੀਤਾ ਜਾਏ। ਜੀ ਬਿਲਕੁਲ, ਜਿਹੜਾ ਵਪਾਰ ਪਿਛਲੇ ਕਈ ਮਹੀਨਿਆਂ ਤੋਂ ਜਾਂ ਸਾਲਾਂ ਤੋਂ ਅਸੀਂ ਕਹੀਏ ਕਿ ਬੜੇ ਧੀਮੀ ਗਤੀ ਦੇ ਨਾਲ ਚੱਲ ਰਿਹਾ, ਕਿਉਂਕਿ ਅਫਗਾਨਿਸਤਾਨ ਤੋਂ ਕੁਝ ਚੀਜ਼ਾਂ ਜ਼ਰੂਰ ਭਾਰਤ ਵਾਲੇ ਪਾਸੇ ਆ ਰਹੀਆਂ ਨੇ, ਪਰ ਜਿਸ ਪੱਧਰ ਤੱਕ ਇਹ ਵਪਾਰ ਪਹੁੰਚ ਚੁੱਕਿਆ ਸੀ ਉਸ ਪੱਧਰ ਤੇ ਮੁੜ ਜੋ ਹੈ ਕਿਸਾਨ ਯੂਨੀਅਨ ਕੀਰਤੀ ਕਿਸਾਨ ਯੂਨੀਅਨ ਵੱਲੋਂ ਇੱਕ ਆਪਣਾ ਜਿਹੜਾ ਵਿਰੋਧ ਕਰਨ ਦਾ ਇਸ ਤਰੀਕੇ ਦੇ ਨਾਲ ਉਹਨਾਂ ਵੱਲੋਂ ਐਲਾਨ ਕੀਤਾ ਗਿਆ ਸੀ ਕਿ 18 ਤਰੀਕ ਨੂੰ ਅਟਾਰੀ ਦੇ ਵਿੱਚ ਉਹਨਾਂ ਵੱਲੋਂ ਇੱਕ ਵੱਡੀ ਕਾਨਫਰੰਸ ਕੀਤੀ ਜਾਣੀ ਹੈ। ਇਸੇ ਤਰ੍ਹਾਂ ਇਸੇ ਹੀ ਤਰਜ਼ ਦੇ ਉੱਤੇ ਹੁਸੈਨੀਵਾਲਾ ਦੇ ਵਿੱਚ 20 ਤਰੀਕ ਨੂੰ ਕਿਸਾਨ ਇਕੱਠੇ ਹੋਣਗੇ। ਤਾਂ ਕੱਲ ਤੋਂ ਹੀ ਲਗਾਤਾਰ ਕਿਸਾਨਾਂ ਦੀਆਂ ਜਿਹੜੀਆਂ ਤਿਆਰੀਆਂ ਨੇ ਉਹ ਵੀ ਚੱਲ ਰਹੀਆਂ ਸੀ। ਹਾਲਾਂਕਿ ਅੰਮ੍ਰਿਤਸਰ ਦੇ ਵਿੱਚ ਮੌਸਮ ਕੱਲ ਤੋਂ ਖਰਾਬ ਜ਼ਰੂਰ ਹੈ, ਬਾਰਿਸ਼ ਹੋ ਰਹੀ ਹੈ, ਤਾਂ ਕਿੰਨੇ ਕੁ ਵੱਡੀ ਗਿਣਤੀ ਦੇ ਵਿੱਚ ਕਿਸਾਨ ਉੱਥੇ ਪਹੁੰਚਦੇ ਨੇ ਇਹ ਦੇਖਣ ਵਾਲੀ ਗੱਲ ਹੋਏਗੀ। ਪਰ ਅੱਜ ਅਟਾਰੀ ਦੇ ਵਿੱਚ ਕਿਸਾਨਾਂ ਦਾ ਜੋ ਸੱਦਾ ਦਿੱਤਾ ਗਿਆ ਸੀ ਉਸ ਮੁਤਾਬਕ ਇੱਕ ਵੱਡੀ ਕਾਨਫਰੰਸ ਜਿਹੜੀ ਹੈ ਉਹ ਜ਼ਰੂਰ ਕੀਤੀ ਜਾ ਰਹੀ ਹੈ। ਜੀ ਬਹੁਤ ਬਹੁਤ ਸ਼ੁਕਰੀਆ ਰਾਜੀਵ, ਸਾਨੂੰ तमाम ਜਾਣਕਾਰੀ ਦੇਣ ਲਈ। ਤੇ ਜਥੇਬੰਦੀ ਹੈ ਕੀਰਤੀ ਕਿਸਾਨ ਯੂਨੀਅਨ ਜਿਨ੍ਹਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਮੰਗ ਕੀਤੀ ਜਾ ਰਹੀ ਹੈ ਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਮੁੜ ਤੋਂ ਵਪਾਰ ਸ਼ੁਰੂ ਕੀਤਾ ਜਾਏ। ਗੱਲ ਕਰਾਂਗੇ ਜ਼ੀਰਕਪੁਰ ਦੀ। ਜ਼ੀਰਕਪੁਰ 'ਚ ਹਾਈ ਵੋਲਟੇਜ ਡਰਾਮਾ ਵਾਪਰਿਆ ਹੈ ਜਿੱਥੇ ਕਿ VIP ਰੋਡ ਤੇ ਮੁੰਡਾ ਕੁੜੀ ਨੇ ਜ਼ਬਰਦਸਤ ਹੰਗਾਮਾ ਕੀਤਾ ਹੈ। ਪੁਲਿਸ ਨੇ ਦੋਹਾਂ ਦਾ ਮੈਡੀਕਲ ਕਰਵਾਇਆ। ਦੱਸ ਨਸ਼ੇ 'ਚ ਦੱਸਦੇ ਜਾ ਰਹੇ ਸੀਗੇ ਦੋਹਾਂ ਹੀ ਮੁੰਡਾ ਕੁੜੀ। ਨਸ਼ਾ ਘੱਟ ਹੋਣ ਤੇ ਪੁਲਿਸ ਤੋਂ ਮਾਫੀ ਵੀ ਮੰਗੀ ਗਈ ਹੈ ਨਾ ਮੁੰਡਾ ਕੁੜੀ ਦੇ ਵੱਲੋਂ। ਦੱਸਿਆ ਜਾ ਰਿਹਾ ਹੈ ਕਿ VIP ਰੋਡ ਤੇ ਦੋ ਔਰਤਾਂ ਖੜੀਆਂ ਸਨ ਤੇ ਪੁਲਿਸ ਦੇ ਆਉਣ ਤੇ ਇੱਕ ਔਰਤ ਉੱਥੋਂ ਨਿਕਲ ਗਈ, ਜਦਕਿ ਦੂਜੀ ਮਹਿਲਾ ਨੇ ਕੁਝ ਬਦਮਾਸ਼ਾਂ ਤੇ ਉਸਦਾ ਪਰਸ ਖੋਹਣ ਦੇ ਇਲਜ਼ਾਮ ਲਗਾਏ ਤੇ ਜਦ ਪੁਲਿਸ ਨੇ ਨੇੜੇ ਤੇੜੇ ਭਾਲ ਕੀਤੀ ਤਾਂ ਕੋਈ ਨਹੀਂ ਮਿਲਿਆ ਤੇ ਇੰਨੇ ਨੂੰ ਹੀ ਮਹਿਲਾ ਦਾ ਸਾਥੀ ਉੱਥੇ ਆ ਗਿਆ ਜਿਸ ਨੇ ਆਉਂਦਿਆਂ ਹੀ ਪੁਲਿਸ ਦੇ ਖਿਲਾਫ ਬੋਲਣਾ ਸ਼ੁਰੂ ਕਰ ਦਿੱਤਾ ਤੇ ਜਦ ਪੁਲਿਸ ਨੇ ਰੋਕਿਆ ਤਾਂ ਮਹਿਲਾ ਨੇ ਹੰਗਾਮਾ ਕਰ ਦਿੱਤਾ। ਪੁਲਿਸ ਨੇ ਦੋਹਾਂ ਨੂੰ ਕਾਬੂ ਕਰਕੇ ਦੋਨਾਂ ਦਾ ਮੈਡੀਕਲ ਕਰਵਾਇਆ। ਇਲਜ਼ਾਮ ਹੈ ਕਿ ਦੋਹਾਂ ਨੇ ਨਸ਼ਾ ਕੀਤਾ ਹੋਇਆ ਸੀ ਤੇ ਜਦ ਨਸ਼ਾ ਘੱਟ ਹੋਇਆ ਤਾਂ ਦੋਹਾਂ ਨੇ ਪੁਲਿਸ ਤੋਂ ਮੁਆਫੀ ਮੰਗੀ। ਨਸ਼ਾ ਨਹੀਂ ਕਰਾ। एक मिनट वीर जी, ਤੁਸੀਂ ਮੇਰੀ ਕਿਉਂ ਨਹੀਂ ਸੁਣ ਰਹੇ ਹੋ? ये मेरा फोन चेल नहीं और मेरे हाथों पाई कर रहे हैं। ਤੁਸੀਂ ਸਾਈਡ ਤੇ ਇੱਧਰ ਸਾਈਡ ਤੇ ਖੜੋ, ਲੇਡੀ ਕਾਂਸਟੇਬਲ ਆ ਰਹੀ ਹੈ। 5-6 अब बताओ इसका जवाब। मैं खाते पीते का नहीं है। ਖਾਂਦੇ ਪੀਂਦੇ ਜਾਣਾ ਨਹੀਂ ਹੈ ਕਿਤੇ ਖੜ ਜਾ ਇੱਥੇ। ਜਾਣਾ ਨਹੀਂ ਆਲਾ तू मम्मी नहीं ਤੁਸੀਂ उन्होंने नहीं दिया वो पहले ਕੰਮ ਕਰ ਰਹੇ
ਜਾਣਾ ਨਹੀਂ ਹੈ ਕਿਤੇ ਖੜਦੇ ਇੱਥੇ ਜਾਣਾ ਨਹੀਂ ਆਲਾ ਇਹ ਤਾਂ ਮੇਰੇ ਗੱਲ ਮਿੰਟ ਮਾਇਆ ਮੈਂ ਤੈਨੂੰ ਕਹਿੰਦਾ ਗਾਲ ਕੱਢ ਰਿਹਾ ਇਹਨਾਂ ਨੇ ਗਾਲ ਕੱਢੀ ਇਹਨਾਂ ਨੇ ਇਹ ਤਾਂ ਮੇਰੇ ਗੱਲ ਨਹੀਂ ਇਹ ਬੰਦੇ ਇਹਨਾਂ ਨੇ ਰੋਕੇ ਕੱਢੀਆਂ ਇਹਨਾਂ ਨੇ ਮੈਂ ਤੁਹਾਨੂੰ ਕਿਹਾ ਮੈਂ ਦੇਖੋ ਗਾਲ ਕੱਢ ਰਿਹਾ ਗਾਲਾਂ ਕੱਢੀਆਂ ਭਾਜੀ ਨਹੀਂ ਕੱਢੀਆਂ ਹਾਂ ਫੇਰ ਪੁੱਛੋ ਚਲਾ ਰਹੇ ਆ ਓਏ ਇਹ ਬੰਦਾ ਮੇਰੀ ਗੱਲ ਕਰਿਆ ਸਾਡਾ ਬੰਦਾ ਰਹਿੰਦਾ ਹੈ ਮੈਂ ਥੋੜਾ ਇਹਨੂੰ ਗਾਲਾਂ ਕੱਢ ਦੂੰਗਾ ਇਹਨੂੰ ਗਾਲਾਂ ਆਏ ਨੇ ਹੋ ਇਹ ਤਾਂ ਮੇਰੇ ਸਾਥ ਖੜਾ ਮੈਂ ਵੈਸੇ ਇਹਨੂੰ ਗਾਲਾਂ ਕੱਢ ਦੂੰਗਾ ਕਮਾਲ ਕਰ ਰਹੇ ਤੁਸੀਂ ਜਾਣਾ ਨਹੀਂ ਹੈ ਕਿਤੇ ਖੜਦੇ ਇੱਥੇ ਜਾਣਾ ਨਹੀਂ ਆਲਾ ਖਬਰ ਚੰਡੀਗੜ੍ਹ ਤੋਂ ਹੈ, ਜਿੱਥੇ ਕਿ ਚੰਡੀਗੜ੍ਹ ਦੇ ਇੰਡਸਟਰੀਅਲ ਏਰੀਆ 'ਚ ਭਿਆਨਕ ਅੱਗ ਲੱਗੀ ਹੈ, ਜਿੱਥੇ ਕਿ ਫੇਜ਼ 1 ਦੇ ਇੱਕ ਕਾਰ ਸ਼ੋਰੂਮ 'ਚ ਭਿਆਨਕ ਅੱਗ ਲੱਗੀ। ਇਸ ਪੂਰੀ ਅੱਗ 'ਚ 7 ਤੋਂ 8 ਗੱਡੀਆਂ ਸੜ ਕੇ ਸਵਾਹ ਹੋ ਗਈਆਂ। ਸ਼ਾਰਟ ਸਰਕਟ ਅੱਗ ਲੱਗਣ ਦਾ ਕਾਰਨ ਦੱਸਿਆ ਜਾ ਰਿਹਾ ਹੈ। ਤੇ ਤਸਵੀਰਾਂ ਤੁਸੀਂ ਵੇਖ ਪਾ ਰਹੇ ਹੋ ਚੰਡੀਗੜ੍ਹ ਦੇ ਫੇਜ਼ 1 ਦੇ ਇੰਡਸਟਰੀਅਲ ਏਰੀਆ ਦੀਆਂ, ਜਿੱਥੇ ਕਿ ਇੱਕ ਸ਼ੋਰੂਮ ਸੀਗਾ, ਉਸ ਸ਼ੋਰੂਮ 'ਚ ਅੱਗ ਲੱਗ ਗਈ। ਕਾਰਾਂ ਦਾ ਸ਼ੋਰੂਮ ਸੀਗਾ। 7 ਤੋਂ 8 ਗੱਡੀਆਂ ਇਸ ਅੱਗ 'ਚ ਸੜ ਕੇ ਸਵਾਹ ਹੋ ਗਈਆਂ। ਅੱਗ ਵੇਖੀ ਜਾ ਸਕਦੀ ਹੈ ਕਿੰਨੀ ਭਿਆਨਕ ਅੱਗ ਲੱਗੀ ਹੋਈ ਹੈ। ਹਾਲਾਂਕਿ ਮੌਕੇ ਤੇ ਪ੍ਰਸ਼ਾਸਨ ਮੌਜੂਦ ਹੈ, ਜੋ ਅੱਗ ਨੂੰ ਬੁਝਾਉਣ ਦੀਆਂ ਕੋਸ਼ਿਸ਼ਾਂ ਵੀ ਲਗਾਤਾਰ ਜਾਰੀ ਹੈ। ਕੱਲ ਸ਼ਾਮ ਦੀਆਂ ਆ ਤਸਵੀਰਾਂ ਨੇ, ਵੇਖਿਆ ਜਾ ਸਕਦਾ ਹੈ ਇਸ ਪੂਰੀ ਅੱਗ 'ਚ 7 ਤੋਂ 8 ਗੱਡੀਆਂ ਸੜ ਕੇ ਸਵਾਹ ਹੋ ਗਈਆਂ। ਦੱਸਦੇ ਕਿ ਸ਼ਾਰਟ ਸਰਕਟ ਅੱਗ ਲੱਗਣ ਦਾ ਕਾਰਨ ਦੱਸਿਆ ਜਾ ਰਿਹਾ ਹੈ। ਤੇ ਤਸਵੀਰਾਂ ਨੇ ਚੰਡੀਗੜ੍ਹ ਦੇ ਇੰਡਸਟਰੀਅਲ ਏਰੀਆ ਦੀਆਂ ਫੇਜ਼ 1 ਦੀਆਂ, ਜਿੱਥੇ ਕਿ ਫੇਜ਼ 1 'ਚ ਇੱਕ ਸ਼ੋਰੂਮ 'ਚ ਕਾਰ ਦੇ ਸ਼ੋਰੂਮ 'ਚ ਭਿਆਨਕ ਅੱਗ ਲੱਗੀ। ਵੇਖਿਆ ਜਾ ਸਕਦਾ ਹੈ ਕਿ ਕਿੰਨੇ ਭਿਆਨਕ ਤਰੀਕੇ ਨਾਲ ਅੱਗ ਲੱਗੀ ਹੋਈ ਹੈ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ਤੇ ਪਹੁੰਚੀਆਂ। ਮੌਕੇ ਤੇ ਪਹੁੰਚ ਕੇ ਫਾਇਰ ਬ੍ਰਿਗੇਡ ਦੇ ਵੱਲੋਂ ਪੂਰੀ ਅੱਗ ਤੇ ਕਾਬੂ ਪਾਇਆ ਗਿਆ। ਸ਼ਾਰਟ ਸਰਕਟ ਕਾਰਨ ਅੱਗ ਲੱਗੀ ਹੋਈ ਦੱਸੀ ਜਾ ਰਹੀ ਹੈ। ਹਾਲਾਂਕਿ ਇਸ ਪੂਰੀ ਅੱਗ 7 ਤੋਂ 8 ਗੱਡੀਆਂ ਬੁਰੀ ਤਰ੍ਹਾਂ ਸੜ ਕੇ ਸਵਾਹ ਹੋ ਗਈਆਂ। ਦੇਖਿਆ ਜਾ ਸਕਦਾ ਹੈ ਗੱਡੀਆਂ ਦੀ ਖਸਤਾ ਹਾਲਤ ਕਿ ਕਿਵੇਂ ਜੋ ਹੈ ਅੱਗ ਸੜ ਕੇ ਗੱਡੀਆਂ ਸਵਾਹ। ਗੱਲ ਕਰਾਂਗੇ ਅੰਮ੍ਰਿਤਸਰ ਦੀ। ਅੰਮ੍ਰਿਤਸਰ 'ਚ ਪੰਜਾਬੀ ਫਿਲਮ ਬੂਹੇ ਬਾਰੀਆਂ ਦਾ ਵਿਰੋਧ ਕੀਤਾ ਗਿਆ ਹੈ। ਦੱਸਦੇ ਕਿ ਭੰਡਾਰੀ ਪੁਲ ਤੇ ਵਾਲਮੀਕੀ ਭਾਈਚਾਰੇ ਨੇ ਪ੍ਰਦਰਸ਼ਨ ਕੀਤਾ ਹੈ। ਦਰਅਸਲ ਵਾਲਮੀਕੀ ਭਾਈਚਾਰੇ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਫਿਲਮ 'ਚ ਦਲਿਤ ਭਾਈਚਾਰੇ ਨੂੰ ਗਲਤ ਤਰ੍ਹਾਂ ਪੇਸ਼ ਕਰਨ ਦੇ ਇਲਜ਼ਾਮ ਵਾਲਮੀਕੀ ਪ੍ਰਸ਼ਾਸਨ ਵੱਲੋਂ ਲਾਏ ਗਏ ਨੇ। ਦੱਸਦੇ ਕਿ ਫਿਲਮ ਖਿਲਾਫ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਪੁਲਿਸ ਨੂੰ ਮੂਵੀ ਖਿਲਾਫ ਸ਼ਿਕਾਇਤ ਦਿੱਤੀ ਹੈ ਤੇ ਵਾਲਮੀਕੀ ਭਾਈਚਾਰਾ ਹੈ। ਵਾਲਮੀਕੀ ਭਾਈਚਾਰੇ ਨੇ ਇਲਜ਼ਾਮ ਲਗਾਏ ਨੇ ਕਿ ਫਿਲਮ 'ਚ ਦਲਿਤ ਭਾਈਚਾਰੇ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਜਾ ਰਿਹਾ ਹੈ। ਦੱਸਦੇ ਕਿ 15 ਸਤੰਬਰ ਨੂੰ ਜੋ ਮੂਵੀ ਹੈ ਬੂਹੇ ਬਾਰੀਆਂ ਰਿਲੀਜ਼ ਹੋਈ ਸੀਗੀ, ਜੋ ਨੀਰੂ ਬਾਜਵਾ ਨੇ ਇਸ 'ਚ ਮੇਨ ਲੀਡਸ ਨੇ। ਇਸ ਦੇ ਨਾਲ ਨਿਰਮਲ ਰਿਸ਼ੀ ਵੀ ਇਸ ਮੂਵੀ 'ਚ ਵੇਖੇ ਜਾ ਸਕਦੇ ਨੇ। ਇਸ ਵਿਚਾਲੇ ਜੋ ਹੈ ਅੰਮ੍ਰਿਤਸਰ 'ਚ ਇਸ ਫਿਲਮ ਨੂੰ ਲੈ ਕੇ ਵਿਰੋਧ ਕੀਤਾ ਜਾ ਰਿਹਾ ਹੈ। ਵਾਲਮੀਕੀ ਭਾਈਚਾਰਾ ਹੈ ਜਿਸ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਦੱਸਦੇ ਕਿ ਭੰਡਾਰੀ ਪੁਲ ਤੇ ਵਾਲਮੀਕੀ ਭਾਈਚਾਰੇ ਨੇ ਪ੍ਰਦਰਸ਼ਨ ਕੀਤਾ ਹੈ। ਪੁਲਿਸ ਨੂੰ ਮੂਵੀ ਖਿਲਾਫ ਸ਼ਿਕਾਇਤ ਵੀ ਦਿੱਤੀ ਗਈ ਹੈ ਵਾਲਮੀਕੀ ਭਾਈਚਾਰੇ। ਜੋ ਕਿ ਨੂਰ ਬਾਜਵਾ ਨੇ ਇੱਕ ਪਿਕਚਰ ਕੱਢੀ ਹੈ ਬੂਹੇ ਬਾਰੀਆਂ, ਜਿਸ ਦੇ ਵਿੱਚ ਕਿ ਸਾਡੇ ਸਮਾਜ ਨੂੰ ਬਹੁਤ ਨੀਚਾ ਦਿਖਾਇਆ ਗਿਆ। ਜੋ ਕਿ ਸਾਡੀ ਮਾਂ ਫੂਲਨ ਦੇਵੀ, ਉਹਨੂੰ ਇੱਕ ਡਾਕੂ ਦਾ ਨਾਮ ਦਿੱਤਾ ਗਿਆ ਹੈ। ਔਰ ਮੈਂ ਪ੍ਰਸ਼ਾਸਨ ਦੇ ਅੱਗੇ ਮੰਗ ਕਰਦੀ ਹਾਂ ਇਹਨੂੰ ਜਲਦ ਤੋਂ ਜਲਦ ਬੈਨ ਕੀਤਾ ਜਾਵੇ ਔਰ ਇਹਦੇ ਤੇ ਬਣਦੀ ਕਾਰਵਾਈ ਕੀਤੀ ਜਾਵੇ। ਇਹ ਹੈ ਕਿ ਜਿਹੜੀ ਇੱਕ ਫਿਲਮ ਲੱਗੀ ਆ ਬੂਹੇ ਬਾਰੀਆਂ, ਜਿਹਦੇ ਵਿੱਚ ਸਾਡੀ ਛੋਟੀ ਭੈਣ ਵਿਰਾਂਗੀ ਸਿਮਰਨ ਕੌਰ, ਜਿਹੜੇ ਭਾਰਤੀ ਮੂਲ ਨਿਵਾਸੀ ਮੁਕਤੀ ਮੋਰਚਾ ਤੋਂ ਪੰਜਾਬ ਦੇ ਪ੍ਰਧਾਨ ਨੇ, ਇਹਨਾਂ ਨੇ ਬੂਹੇ ਬਾਰੀਆਂ ਜਦੋਂ ਫਿਲਮ ਵੇਖ ਕੇ ਆਏ, ਉਹਦੇ ਵਿੱਚ ਦੇਖਿਆ ਕਿ ਸਾਡੇ ਵਾਲਮੀਕੀ ਸਮਾਜ, ਸਾਡੇ ਦਲਿਤ ਸਮਾਜ ਦੇ ਨਾਲ ਬਹੁਤ ਜ਼ਿਆਦਾ ਉਸ ਫਿਲਮ ਦੇ ਵਿੱਚ ਅਤਿਆਚਾਰ ਵਿਖਾਇਆ ਜਾ ਰਿਹਾ ਹੈ, ਜਿਹਦੇ ਵਿੱਚ ਬਹੁਤ ਜ਼ਿਆਦਾ ਉਹਨਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਵਾ। ਤੇ ਜਦੋਂ ਇਸ ਬਾਰੇ ਸਾਨੂੰ ਪਤਾ ਲੱਗਾ, ਸਾਡੇ ਅਸੀਂ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਨੂੰ ਸਾਰਿਆਂ ਨੂੰ ਇੱਕ ਵਾਰੀ ਬੁਲਾ ਕੇ ਔਰ ਡੀਸੀਪੀ ਸਾਹਿਬ ਨੂੰ ਆਪਾਂ ਮਿਲੇ, ਔਰ ਡੀਸੀਪੀ ਸਾਹਿਬ ਨੂੰ ਜਦੋਂ ਮਿਲ ਕੇ ਆਪਾਂ ਉਹਨਾਂ ਨੂੰ ਕੰਪਲੇਂਟ ਦਿੱਤੀ ਕਿ ਦੇਖੋ ਜੀ, ਆਹ ਦੇਖੋ ਸਾਡੀ ਜਾਤੀ ਅੱਜ ਵੀ ਜਦੋਂ ਬਾਬਾ ਸਾਹਿਬ ਅੰਬੇਡਕਰ ਦਾ ਸੰਵਿਧਾਨ ਆ, ਤੇ ਫਿਰ ਵੀ ਅੱਜ ਵੀ ਸਾਡੀਆਂ ਜਿਹੜੀਆਂ ਜਾਤੀਵਾਦ ਦੀਆਂ ਫਿਲਮਾਂ ਬਣਦੀਆਂ ਵਾ।
ਅੱਗੇ ਵਧਾਂਗੇ ਤੇ ਗੱਲ ਕਰਾਂਗੇ ਬਠਿੰਡਾ ਪੁਲਿਸ ਦੀ। ਬਠਿੰਡਾ ਪੁਲਿਸ ਨੇ ਐਕਸ਼ਨ ਲੈਂਦੇ ਹੋਏ ਫਰਜ਼ੀ EMI ਨੰਬਰ ਵਾਲੇ ਮੋਬਾਈਲ ਫੋਨ ਫੜੇ ਨੇ। ਦੱਸਦੇ ਸੀਆਈ ਸਟਾਫ ਨੇ ਟੀਮ ਨੇ ਵੱਖ-ਵੱਖ ਮਾਮਲਿਆਂ 'ਚ 3 ਲੋਕਾਂ ਨੂੰ ਇਸ ਬਾਬਤ ਗ੍ਰਿਫਤਾਰ ਕੀਤਾ ਹੈ। 10,93,000 ਦੀ ਕੀਮਤ ਦੇ ਮੋਬਾਈਲ ਬਰਾਮਦ ਕੀਤੇ ਗਏ ਨੇ ਸੀਆਈ ਸਟਾਫ ਦੇ ਵੱਲੋਂ। ਦੱਸਦੇ ਕਿ ਫਰਜ਼ੀ EMI ਨੰਬਰ ਲਗਾ ਕੇ ਵੇਚੇ ਜਾਂਦੇ ਸੀਗੇ ਮੋਬਾਈਲ। 328 ਮੋਬਾਈਲ ਤੇ 30 ਤੋਂ ਜ਼ਿਆਦਾ ਚਾਰਜਰ ਵੀ ਬਰਾਮਦ ਕੀਤੇ ਗਏ ਨੇ। ਬਠਿੰਡਾ ਪੁਲਿਸ ਦਾ ਐਕਸ਼ਨ ਵੇਖਣ ਨੂੰ ਮਿਲਿਆ ਹੈ। ਤਸਵੀਰਾਂ ਤੁਹਾਨੂੰ ਵਿਖਾ ਰਹੇ ਹਾਂ। सीआई स्टाफ टीम ने 2 ਵੱਖ-ਵੱਖ मामले 3 लोगों को गिरफ्तार किया है। मौके की तस्वीरें सामने आई ने। 10,93,000 की कीमत के मोबाइल भी पुलिस के वलों बरामद साडी CIA की टीम ने एक इन्फॉर्मेशन मिली सी कि कुछ बंदे थाने कैंट के एरिया के एक ग्रोह चला रहे हैं, जिस दे विच मोबाइल जिहड़े पार्ट्स है ने उन्होंने चोरी के पार्ट्स लिया के असैंबल करके ਤੇ ਉਸ ਤੋਂ ਬਾਅਦ ਉਹਨਾਂ ਦੇ ਜਾਲੀ IMEI ਨੰਬਰ ਜਨਰੇਟ ਕਰਕੇ ਉਹਨਾਂ ਨੂੰ ਅੱਗੇ ਐਜ਼ ਏ ਓਰੀਜਨਲ ਜੈਨੂਇਨ ਮੋਬਾਈਲ ਦੇ ਤੌਰ ਤੇ ਵੇਚ ਰਹੇ ਨੇ। ਇਸ ਦੇ ਵਿੱਚ ਸਾਡੇ ਕੋਲ ਟੋਟਲ 278 ਮੋਬਾਈਲ ਜਿਹੜੇ ਫੋਨ ਨੇ ਉਹ ਰਿਕਵਰ ਕੀਤੇ ਗਏ ਨੇ ਜੋ ਅਸੈਂਬਲ ਨੇ। ਇਸ ਤੋਂ ਇਲਾਵਾ 1100 ਦੇ ਕਰੀਬ ਜਾਲੀ IMEI ਸਟickers ਜਿਹੜੇ ਉਹਨਾਂ ਨੇ ਜਨਰੇਟ ਕੀਤੇ ਹੋਏ ਆ ਉਹ ਸਾਨੂੰ ਰਿਕਵਰ ਹੋਏ ਨੇ। ਇਹਦੇ ਵਿੱਚ ਜਨਰਲੀ ਜਿਹੜੇ IMEI ਨੰਬਰ ਉਹਨਾਂ ਨੇ ਸਟickers ਦੇ ਤੌਰ ਤੇ ਲਗਾਏ ਗਏ ਸੀਗੇ ਉਹ ਆਲਮੋਸਟ ਇੱਕ ਹੀ ਨੰਬਰ ਜਾਂ 2 ਨੰਬਰ ਹੁੰਦੇ ਜਿਹੜੇ ਵਾਰ-ਵਾਰ ਉਹ ਅਲੱਗ-ਅਲੱਗ ਮੋਬਾਈਲ ਦੇ ਉੱਪਰ ਨੰਬਰਸ ਦੇ ਉੱਪਰ ਜਿਹੜੇ ਲਗਾ ਕੇ ਸੇਲ ਕਰਦੇ ਨੇ। ਅੱਗੇ ਵਧਾਂਗੇ ਤੇ ਗੱਲ ਕਰਾਂਗੇ ਲੁਧਿਆਣਾ ਦੀ। ਲੁਧਿਆਣਾ 'ਚ ਲੋਕਾਂ ਨੇ ਇੱਕ ਨਸ਼ਾ ਤਸਕਰ ਨੂੰ ਫੜਿਆ ਹੈ। ਦੱਸ ਕੇ ਪਿੰਡ ਫੁੱਲਾਵਾਲਾ 'ਚ 2 ਤਸਕਰਾਂ ਨੂੰ ਫੜਿਆ ਗਿਆ ਹੈ। ਲੋਕਾਂ ਨੇ ਇਹਨਾਂ ਨੂੰ ਫੜਿਆ ਹੈ। ਝਾੜੀਆਂ 'ਚ ਬਾਈਕ ਲੁਕੋ ਕੇ ਨਸ਼ਾ ਸਪਲਾਈ ਇਹਨਾਂ ਦੇ ਵੱਲੋਂ ਕੀਤਾ ਜਾ ਰਿਹਾ ਸੀਗਾ। ਨਸ਼ਾ ਸਪਲਾਈ ਕਰਨ ਜਾ ਰਹੇ ਸੀ ਕਿ ਦੱਸ ਤਲਾਸ਼ੀ ਲੈਣ ਤੇ ਹੈਰੋਇਨ ਦੀਆਂ ਪੁੜੀਆਂ ਇਹਨਾਂ ਨਸ਼ਾ ਤਸਕਰਾਂ ਦੇ ਵੱਲੋਂ ਬਰਾਮਦ ਕੀਤੀਆਂ ਗਈਆਂ ਨੇ। ਤੇ ਤਸਵੀਰਾਂ ਨੇ ਲੁਧਿਆਣਾ ਦੀਆਂ ਜਿੱਥੇ ਕਿ ਲੁਧਿਆਣਾ 'ਚ ਲੋਕਾਂ ਨੇ ਹੀ ਨਸ਼ਾ तस्कर ਨੂੰ ਕਾਬੂ ਕੀਤਾ ਹੈ। ਦੱਸਦੇ ਕਿ ਪਿੰਡ ਫੁੱਲਾਵਾਲਾ 'ਚ 2 ਤਸਕਰ ਲੋਕਾਂ ਦੇ ਵੱਲੋਂ ਫੜੇ ਗਏ ਨੇ। ਨਸ਼ਾ ਪੰਜਾਬ ਦਾ ਬੇहद ਹੀ ਚਿੰਤਾਜਨਕ ਵਿਸ਼ਾ ਹੈ, ਮੁੱਦਾ ਹੈ। ਹਾਲਾਂਕਿ ਜੇ ਅਸੀਂ ਗੱਲ ਕਰੀਏ ਤੇ ਵੱਖ-ਵੱਖ ਪਿੰਡਾਂ 'ਚ ਵੱਖ-ਵੱਖ ਜ਼ਿਲ੍ਹਿਆਂ 'ਚ ਆਪਣੇ ਪੱਧਰ ਤੇ ਹੀ ਲੋਕਾਂ ਦੇ ਵੱਲੋਂ ਨਸ਼ਾ ਛੁਡਾਊ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ ਤੇ ਲੋਕਾਂ ਦੇ ਵੱਲੋਂ ਆ ਨਸ਼ਾ ਤਸਕਰ ਕਾਬੂ ਕੀਤੇ ਗਏ ਨੇ। ਝਾੜੀਆਂ 'ਚ ਬਾਈਕ ਲੁਕੋ ਕੇ ਨਸ਼ਾ ਸਪਲਾਈ ਦਰਅਸਲ ਆ ਨਸ਼ਾ ਤਸਕਰ ਕਰ ਰਹੀ ਸੀ ਤੇ ਮੌਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਜਦੋਂ ਕਿ ਲੋਕਾਂ ਨੇ ਇਹਨਾਂ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ। ਤਲਾਸ਼ੀ ਲੈਣ ਤੇ ਹੈਰੋਇਨ ਦੀਆਂ ਪੁੜੀਆਂ ਇਹਨਾਂ ਦੇ ਵੱਲੋਂ ਬਰਾਮਦ ਕਿੱਥੇ ਆ ਆਹ ਲੈ ਪਿਆ ਯਾਰ ਵੀਡੀਓ ਬਣਾ। ਕਿਹਦਾ ਸਮਾਨ ਸੀ ਇਹ? ਵੀਰੇ ਮੁੰਡੇ ਤੋਂ ਲੈ ਕੇ। ਕਿੱਥੋਂ ਲੈ ਕੇ ਆਏ? ਇੱਥੇ ਸਾਗਰ ਨਾ ਤਾਂ ਮੁੰਡਾ ਨਹੀਂ ਹੈਗਾ ਜਿਹੜਾ ਗੱਡੀ ਮੜੀ ਗੱਡੀ ਆ ਲੈ ਆ 500 ਦੇ ਕੋਈ ਪੈਸੇ ਕਿੰਨੇ ਆ ਇਕੱਠੇ ਕੀਤੇ ਇਹਦਾ ਪੁੱਛ ਵੀਰੇ ਪਹਿਲਾਂ ਆ ਲੈ पूछ लो मैं साथ में अगर भैया मैं नहीं मैं तो भैया कुछ जानता भी नहीं हूं भैया। हां तू पर जगह पे भैया मैं जानता भी नहीं भैया मैं नहीं सकते ਦਾ ਅੱਜ ਨਹੀਂ ਦਊਗਾ ਫਿਰ ਸੌਕਣਗੇ। ਕਿੱਥੇ ਆ ਲੈ ਪਿਆ ਯਾਰ ਵੀਡੀਓ ਬਣਾ। ਕਿਹਦਾ ਸਮਾਨ ਸੀ ਇਹ? ਵੀਰੇ ਮੁੰਡੇ ਤੋਂ ਲੈ ਕੇ। ਕਿੱਥੋਂ ਲੈ ਕੇ ਆਏ? ਇੱਥੇ ਸਾਗਰ ਨਾ ਤਾਂ ਮੁੰਡਾ ਨਹੀਂ ਹੈਗਾ ਜਿਹੜਾ ਗੱਡੀ ਮੜੀ ਗੱਡੀ ਆ ਲੈ ਆ 500 ਦੇ ਕੋਈ ਪੈਸੇ ਕਿੰਨੇ ਆ ਇਕੱਠੇ ਕੀਤੇ ਇਹਦਾ ਪੁੱਛ ਵੀਰੇ ਪਹਿਲਾਂ ਆ ਲੈ